ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦੇ ਸਪਿਰਿਚੁਅਲ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ। ਪਿਛਲੇ ਹਫਤੇ ਇੱਕ ਨਵੀਂ ਸੀਰੀਜ਼ ਸ਼ੁਰੂ ਕੀਤੀ ਜਿਸ ਵਿੱਚ ਕਿ ਰੱਬ ਦੀ ਹੋਂਦ ਬਾਰੇ ਅਸੀਂ ਗੱਲਬਾਤ ਕੀਤੀ। ਰੱਬ ਕਿੱਥੇ ਐਗਜ਼ਿਸਟ ਕਰਦਾ ਹੈ, ਰੱਬ ਹੈ ਕੀ ਅਸਲ ਵਿੱਚ। ਉਸ ਦੇ ਨਾਲ ਹੀ ਇਹ ਸੀਰੀਜ਼ ਨੂੰ ਚਲਾਉਣ ਦਾ ਮਕਸਦ ਇਹੀ ਹੈਗਾ ਹੈ ਕਿ ਸਾਨੂੰ ਬੇਸਿਕ ਚੀਜ਼ਾਂ ਬਾਰੇ ਪਤਾ ਹੋ ਸਕੇ ਤਾਂ ਕਿ ਅਸੀਂ ਚੰਗੇ ਤਰੀਕੇ ਨਾਲ ਸਮਝ ਸਕੀਏ ਕਿ ਗੁਰਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ। ਆਓ ਉसी ਨੂੰ ਮੁੱਖ ਰੱਖਦੇ ਹੋਏ ਅੱਜ ਮੁੜ ਤੋਂ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ। ਜੈ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ, ਜਿਹੜੀ ਪਿਛਲੀ ਵਾਰੀ ਅਸੀਂ ਗੱਲਬਾਤ ਕੀਤੀ ਗਈ ਸੀ ਉਸ ਵਿੱਚ ਤੁਸੀਂ ਐਗਜ਼ਾਮਪਲਸ ਦੇ ਰਹੇ ਸੀ ਕਿ ਇੱਕ ਰਾਜਾ ਹੁੰਦਾ ਹੈ, ਇੱਕ ਦੋ ਬਜ਼ੁਰਗਾਂ ਨੂੰ ਨੌਕਰੀ ਤੇ ਰੱਖ ਲੈਂਦਾ ਹੈ ਤੇ ਉਸ ਤੋਂ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਉਹੀ ਉਹਦੇ ਮਾਂ ਪਿਓ ਸੀ। ਸੋ 6-7 ਮਹੀਨੇ ਉਹਨਾਂ ਦੇ ਕੋਲ ਹੀ ਕੰਮ ਕਰਦਾ ਰਿਹਾ, ਲੇਕਿਨ ਕਿਉਂਕਿ ਸਹੀ ਤਰੀਕੇ ਨਾਲ ਪਹਿਚਾਣ ਨਹੀਂ ਸਕਿਆ ਤਾਂ ਇਸ ਕਰਕੇ ਉਸਨੂੰ ਪਤਾ ਹੀ ਨਹੀਂ ਲੱਗਿਆ ਕਿ ਉਸਦੇ ਮਾਂ ਪਿਓ ਹਨ। ਸੋ ਸਿਮਿਲਰਲੀ ਇਹ ਜਿਹੜਾ ਤੁਸੀਂ ਐਗਜ਼ਾਮਪਲ ਲਿਆ ਸੀ ਸਾਡੇ 'ਤੇ ਟੁਕਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਐਗਜ਼ਾਮਪਲਸ ਦਿੱਤੇ ਕਿ ਗੁਰਬਾਣੀ ਦੇ ਵਿੱਚ ਹੀ ਗੁਰੂ ਸਾਹਿਬ ਤੋਂ ਲੈ ਕੇ ਭਗਤਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਰੱਬ ਇਸ ਖਲਕ ਵਿੱਚ ਹੈਗਾ, ਹਰ ਚੀਜ਼ ਵਿੱਚ ਰੱਬ ਐਗਜ਼ਿਸਟ ਕਰਦਾ ਹੈ ਪਰ ਅਸੀਂ ਪਹਿਚਾਣ ਨਹੀਂ ਸਕਦੇ। ਸੋ ਕਿਹੜੀ ਨਜ਼ਰਾਂ ਦੀ ਲੋੜ ਹੈ ਜਿਹਦੇ ਨਾਲ ਕਿ ਪਹਿਚਾਣ ਹੋ ਸਕੇ? ਸਰ ਹਰਪ੍ਰੀਤ ਸਿੰਘ ਜੀ, ਤੁਹਾਡਾ ਇਹ ਸਵਾਲ ਬਹੁਤ ਵਧੀਆ ਹੈ। ਜਿਵੇਂ ਅਸੀਂ ਪਿਛਲੀ ਵਾਰ ਇਹ ਗੱਲ ਕੀਤੀ ਸੀ ਕਿ ਸੇਠ ਆਪਣੇ ਮਾਪਿਓ ਨੂੰ ਦੇਖਦਾ ਰੋਜ਼ ਸੀ ਪਰ ਪਛਾਣ ਨਹੀਂ ਸੀ ਜੀ। ਜਿਸ ਦਿਨ ਪਛਾਣ ਆ ਗਈ ਉਹਦਾ ਵਿਹਾਰ ਹੀ ਬਦਲ ਗਿਆ। ਠੀਕ। ਕੱਲ ਤੱਕ ਉਹ ਜ਼ੁਲਮ ਕਰ ਰਿਹਾ ਸੀ, ਅੱਜ ਉਹਨਾਂ ਦੇ ਪੈਰਾਂ 'ਚ ਬੈਠ ਗਿਆ। ਇਸੇ ਤਰ੍ਹਾਂ ਅਸੀਂ ਰੱਬ ਨੂੰ ਰੋਜ਼ ਦੇਖ ਰਹੇ ਹਾਂ ਪਰ ਸਾਨੂੰ ਪਛਾਣ ਨਹੀਂ ਹੈ। ਜਿਸ ਦਿਨ ਸਾਨੂੰ ਪਛਾਣ ਆ ਜਾਏਗੀ ਸਾਡਾ ਦੂਜੇ ਨਾਲ ਵਿਹਾਰ ਹੀ ਬਦਲ ਜਾਏਗਾ ਜੀ। ਸਾਨੂੰ ਦੂਸਰੇ ਨਾਲ ਗੱਲ ਕਰਨ ਦੀ ਜਾਚ ਆ ਜਾਏਗੀ। ਅਸੀਂ ਕ੍ਰੋਧ ਨਹੀਂ ਕਰਾਂਗੇ, ਗਰੀਬ ਦਾ ਹੱਕ ਨਹੀਂ ਮਾਰਾਂਗੇ, ਬੇਈਮਾਨੀ ਨਹੀਂ ਕਰਾਂਗੇ, ਕਿਉਂਕਿ ਗੁਰਬਾਣੀ ਨੇ ਗੱਲ ਕੀਤੀ ਪਛਾਣਨ ਦੀ ਜੀ। ਏਕੋ ਏਕ ਏਕ ਪਛਾਨੈ ਜੀ, ਇਤ ਉਤ ਕੀ ਉਹ ਸੋਝੀ ਜਾਣੈ। ਇੱਕ ਦੇਖ ਰਹੇ ਹਾਂ ਪਰ ਪਛਾਣ ਨਹੀਂ ਰਹੇ ਹਾਂ। ਜਿਹੜਾ ਪਛਾਣ ਲੈਂਦਾ ਹੈ ਉਹਨੂੰ ਗਿਆਨ ਆ ਜਾਂਦਾ ਹੈ। ਧੰਨ ਸੁਹਾਗਣ ਜੋ ਪ੍ਰਭੂ ਪਛਾਨੈ। ਗੱਲ ਤੇ ਪਛਾਣਨ ਦੀ ਹੈ ਸਾਰਿਆਂ ਦੇ ਵਿੱਚ ਜੀ, ਪਰ ਸਾਨੂੰ ਪਛਾਣ ਨਹੀਂ ਹੈ। ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਿਛ ਹੋਈ। ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਏ ਸੋਈ। ਇਨਸਾਨ ਹੀ ਅਸੀਂ ਤਾਂ ਹੋਵਾਂਗੇ ਜੇ ਅਸੀਂ ਸਾਰਿਆਂ 'ਚ ਵਸਦੇ ਹੋਏ ਰੱਬ ਨੂੰ ਪਛਾਣ ਲਵਾਂਗੇ ਜੀ। ਹੁਣ ਰੱਬ ਦੀ ਪਛਾਣ ਕਿਵੇਂ ਕਰਨੀ ਹੈ? ਰੱਬ ਦੀ ਪਛਾਣ ਸਾਨੂੰ ਗੁਰੂ ਕਰਾਉਂਦਾ ਹੈ। ਕਿਉਂਕਿ ਅਸੀਂ ਜਦੋਂ ਇਹ ਪੰਕਤੀ ਪੜ੍ਹੀ ਕਿ ਏਕੋ ਏਕ ਏਕ ਪਛਾਨੈ ਇਤ ਉਤ ਕੀ ਉਹ ਸੋਝੀ ਜਾਣੈ, ਜਾਂ ਅਸੀਂ ਪੜ੍ਹਿਆ ਕਿ ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਏ ਸੋਈ। ਜਿਹੜਾ ਰੱਬੀ ਹੁਕਮ ਦੇ ਵਿੱਚ ਆ ਜਾਂਦਾ ਹੈ ਉਹ ਪਛਾਣ ਲੈਂਦਾ ਹੈ ਜੀ। ਹੁਕਮ ਦੀ ਪਛਾਣ ਕੌਣ ਕਰਾਏਗਾ? ਹੁਕਮ ਦੀ ਪਛਾਣ ਕਰਾਉਂਦਾ ਹੈ ਗੁਰੂ। ਠੀਕ। ਗੁਰੂ ਸਾਨੂੰ ਦੱਸਦਾ ਹੈ ਕਿ ਰੱਬ ਸਾਰਿਆਂ ਵਿੱਚ ਐਗਜ਼ਿਸਟ ਕਰਦਾ ਹੈ, ਵਸ ਰਿਹਾ ਹੈ ਜੀ। ਗੁਰੂ ਸਾਨੂੰ ਇਹ ਗੱਲ ਸਮਝਾ ਦਿੰਦਾ, ਜਿਵੇਂ ਹੁਣ ਭਗਤ ਸਾਹਿਬਾਨਾਂ ਨੇ ਕਹਿ ਦਿੱਤਾ ਸਾਰਿਆਂ ਵਿੱਚ ਰੱਬ ਵਸ ਰਿਹਾ। ਗੁਰੂ ਸਾਹਿਬਾਨਾਂ ਨੇ ਕਹਿ ਦਿੱਤਾ ਸਾਰਿਆਂ ਵਿੱਚ ਰੱਬ ਵਸ ਰਿਹਾ ਹੈ। ਤੇ ਜਦੋਂ ਅਸੀਂ ਸਾਰਿਆਂ ਵਿੱਚ ਵਸਦੇ ਹੋਏ ਰੱਬ ਨੂੰ ਪਛਾਣ ਲਵਾਂਗੇ ਸਾਡਾ ਉਹਦੇ ਨਾਲ ਵਿਹਾਰ ਹੀ ਬਦਲ ਜਾਏਗਾ। ਠੀਕ ਹੈ। ਹੁਣ ਪਛਾਣਨ ਵਾਸਤੇ ਸਾਨੂੰ ਸੁਭਾਵਕ ਹੈ ਰੱਬ ਦੇ ਗੁਣਾਂ ਦਾ ਪਤਾ ਹੋਵੇ ਜੀ। ਅਸੀਂ ਗੁਣਾਂ ਤੋਂ ਹੀ ਪਛਾਣ ਸਕਦੇ ਹਾਂ। ਤੇ ਰੱਬ ਦੇ ਗੁਣਾਂ ਦੀ ਪਛਾਣ ਵਾਸਤੇ ਸਾਨੂੰ ਗੁਰੂ ਕੋਲੋਂ ਕੁਝ ਗਿਆਨ ਲੈਣਾ ਪਏਗਾ। ਜਿਵੇਂ ਭਾਈ ਕਾਹਨ ਸਿੰਘ ਨਾਭਾ ਹੋਰਾਂ ਨੇ ਨਾਮ ਅਭਿਆਸ ਦੀ ਗੱਲ ਕੀਤੀ। ਜਿਵੇਂ ਅਸੀਂ ਕਹਿੰਦੇ ਨਾਮ ਜਪਾਂਗੇ ਤੇ ਰੱਬ ਨੂੰ ਪਛਾਣਾਂਗੇ। ਰਾਈਟ। ਉਹਨਾਂ ਨੇ ਨਾਮ ਅਭਿਆਸ ਦੀ ਗੱਲ ਕੀਤੀ। ਉਹਨਾਂ ਨੇ 3-4 ਲਾਈਨਾਂ ਲਿਖੀਆਂ ਕਿ ਨਾਮੀ ਵਿੱਚ ਪ੍ਰੇਮ ਕਰਕੇ, ਨਾਮ ਅਭਿਆਸ ਨਾਮੀ ਵਿੱਚ ਪ੍ਰੇਮ ਕਰਕੇ, ਉਸ ਦੇ ਨਾਮ ਦੇ ਤਾਤਪਰਯ ਦਾ ਚਿੰਤਨ ਕਰਦੇ ਹੋਏ ਜੀ, ਉਹਦੇ ਗੁਣਾਂ ਨੂੰ ਚਿੱਤ ਵ੍ਰਿੱਤੀ ਵਿੱਚ ਵਸਾਉਣਾ। ਉਹਨਾਂ ਗੁਣਾਂ ਨੂੰ ਚਿੱਤ ਵ੍ਰਿੱਤੀ ਵਿੱਚ ਵਸਾਉਣ ਦਾ ਨਾਮ ਹੈ ਲਿਵ, ਅਤੇ ਉਹਦੇ ਤੋਂ ਪੈਦਾ ਹੋਏ ਆਨੰਦ ਨੂੰ ਨਾਮ ਰਸ ਲਿਖਿਆ ਹੈ। ਠੀਕ ਹੈ। ਹੁਣ ਇਹ 5 ਚੀਜ਼ਾਂ ਕਹੀਆਂ ਭਾਈ ਕਾਹਨ ਸਿੰਘ ਹੋਰਾਂ ਨੇ। ਸਭ ਤੋਂ ਪਹਿਲੀ ਗੱਲ ਕਹੀ ਹੈ ਨਾਮੀ ਵਿੱਚ ਪ੍ਰੇਮ ਕਰਕੇ। ਤੇ ਨਾਮੀ ਵਿੱਚ ਪ੍ਰੇਮ ਅਸੀਂ ਤਾਂ ਹੀ ਕਰਾਂਗੇ ਜੇ ਸਾਨੂੰ ਪਤਾ ਹੋਏਗਾ। ਨਾਮੀ ਵਿੱਚ ਪ੍ਰੇਮ ਮੈਨੇ ਜਿਸ ਦਾ ਅਸੀਂ ਨਾਮ ਜਪ ਰਹੇ ਹਾਂ ਸਾਡਾ ਉਹਦੇ ਨਾਲ ਪਿਆਰ ਹੋਵੇ ਜੀ। ਕਿਉਂਕਿ ਜਦੋਂ ਅਸੀਂ ਕਿਸੇ ਦਾ ਨਾਮ ਲੈਂਦੇ ਹਾਂ, ਜੇ ਸਾਡਾ ਕੋਈ ਮਿੱਤਰ ਹੋਵੇ ਅਸੀਂ ਖੁਸ਼ ਹੋ ਜਾਂਦੇ ਹਾਂ। ਸਾਡੇ ਮਿੱਤਰ ਦਾ ਕੋਈ ਨਾਂ ਲਏ ਅਸੀਂ ਖੁਸ਼ ਹੋ ਜਾਂਦੇ ਹਾਂ। ਸਾਡੇ ਕੋਈ ਦੁਸ਼ਮਣ ਦਾ ਨਾਂ ਲਵੇ ਅਸੀਂ ਕਹਿ ਦਿੰਦੇ ਹਾਂ ਵੀ ਕਿੱਥੇ ਦਾ ਤੂੰ ਨਾਮ ਲੈ ਲਿਆ। ਇਸੇ ਤਰ੍ਹਾਂ ਜਦੋਂ ਕੋਈ ਰੱਬ ਦਾ ਨਾਮ ਲਵੇ ਮੈਨੂੰ ਚਾਅ ਚੜ ਜਾਵੇ, ਖੁਸ਼ੀ ਹੋ ਜਾਵੇ, ਸੱਚਮੁੱਚ ਦੇ ਨਾਮ ਨਾਲ ਮੇਰਾ ਪਿਆਰ ਹੋਵੇ ਜੀ। ਕਿ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਜਾਂ ਨਾਉ ਸੁਣ ਮਨ ਰਹਸੀਐ ਤਾਂ ਪਾਏ ਮੋਖ ਦਵਾਰ। ਨਾਮ ਸੁਣ ਕੇ ਮੈਂ ਖੁਸ਼ੀ ਚ ਆ ਜਾਵਾਂ ਜੀ। ਪਰ ਮੈਂ ਜਮਾਨ ਤੋਂ ਵਾਹਿਗੁਰੂ ਕਹਿਣਾ ਵਾ, ਮੈਨੂੰ ਕੁਛ ਵੀ ਯਾਦ ਨਹੀਂ ਆਉਂਦਾ ਜੀ, ਕਿਉਂਕਿ ਨਾਮ ਤੇ ਮੈਂ ਲੈ ਲਿਆ। ਨਾਮੀ ਵਿੱਚ ਪ੍ਰੇਮ ਕਰਕੇ ਅਗਲੀ ਗੱਲ ਉਹਦੇ ਨਾਮ ਦਾ ਤਾਤਪਰਯ ਦਾ ਚਿੰਤਨ ਕਰਦੇ ਹੋਏ
ਨਾਮ ਦੇ ਤਾਤਪਰਯ ਦਾ ਚਿੰਤਨ ਹੀ ਰੱਬ ਦੀ ਪਛਾਣ ਕਰਾਉਂਦਾ ਹੈ। ਜੀ ਭਾਵ ਉਹਦੇ ਨਾਮ ਦੀ ਪਛਾਣ ਕਰਨੀ, ਨਾਮ ਦੇ ਗੁਣਾਂ ਨੂੰ ਚੇਤੇ ਕਰਨਾ। ਮੈਂ ਹੁਣ ਇਹਨੂੰ ਸੌਖੇ ਤਰੀਕੇ ਨਾਲ ਦੱਸਾਂ। ਤੁਹਾਡਾ ਨਾਮ ਹੈ ਸਰਦਾਰ ਹਰਪ੍ਰੀਤ ਸਿੰਘ ਜੀ। ਮੈਂ ਜ਼ਬਾਨ ਤੋਂ ਸਰਦਾਰ ਹਰਪ੍ਰੀਤ ਸਿੰਘ ਕਿਹਾ, ਸੋਹਣੀ ਦਸਤਾਰ ਵਾਲੇ, ਮਿੱਠੇ ਬੋਲੜੇ ਸੁਭਾਅ ਵਾਲੇ, ਤੁਸੀਂ ਮੇਰੇ ਸਾਹਮਣੇ ਅੱਖਾਂ ਦੇ ਆ ਗਏ ਜੀ। ਮੈਂ ਤੁਹਾਡਾ ਨਾਮ ਲਿਆ, ਮੇਰੇ ਸਾਹਮਣੇ ਦਸਤਾਰ ਆ ਗਈ, ਮੈਂ ਤੁਹਾਨੂੰ ਯਾਦ ਕਰ ਲਿਆ। ਫਿਰ ਇੱਕ ਮੇਰਾ ਮਿੱਤਰ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ ਵੀ ਹੈ, ਹਰਪ੍ਰੀਤ ਸਿੰਘ। ਜਦੋਂ ਮੈਂ ਹਰਪ੍ਰੀਤ ਸਿੰਘ ਕਿਹਾ, ਉਹ ਕਲੀਨ ਸ਼ੇਵਨ ਹੈ, ਸਿਰ ਤੇ ਟੋਪੀ ਲਈ ਹੋਈ ਹੈ, ਮੈਨੂੰ ਉਹ ਯਾਦ ਆ ਗਿਆ। ਹੁਣ ਹਰਪ੍ਰੀਤ ਸਿੰਘ ਨਾਮ ਤੇ ਕਿਸੇ ਦਾ ਵੀ ਹੋ ਸਕਦਾ ਹੈ ਜੀ, ਇੱਕ ਦਾ ਨਹੀਂ, ਕਈਆਂ ਦੇ ਨਾਂ ਹੋ ਸਕਦੇ ਨੇ। ਗੱਲ ਤੇ ਇਹ ਹੈ, ਜਦੋਂ ਮੈਂ ਹਰਪ੍ਰੀਤ ਸਿੰਘ ਕਵਾਂ, ਜੇ ਤੇ ਦਸਤਾਰ ਯਾਦ ਆਈ, ਫਿਰ ਮੈਂ ਤੁਹਾਨੂੰ ਯਾਦ ਕੀਤਾ ਹੈ, ਲੁਧਿਆਣੇ ਵਾਲੇ ਨੂੰ ਨਹੀਂ ਯਾਦ ਕੀਤਾ। ਜੀ। ਹਾਂ, ਜੇ ਮੇਰੇ ਸਾਹਮਣੇ ਟੋਪੀ ਆ ਗਈ, ਸਮਝ ਲਓ ਮੈਂ ਲੁਧਿਆਣੇ ਵਾਲੇ ਹਰਪ੍ਰੀਤ ਸਿੰਘ ਨੂੰ ਯਾਦ ਕਰ ਲਿਆ, ਠੀਕ, ਤੁਹਾਨੂੰ ਨਹੀਂ ਕੀਤਾ। ਜੀ। ਭਾਵ ਜਿਹਦਾ ਨਾਮ ਲਓ, ਉਹਦੇ ਸਾਰੇ ਗੁਣ ਸਾਹਮਣੇ ਆ ਜਾਣ, ਉਹਦਾ ਚਿਹਰਾ ਸਾਹਮਣੇ ਆ ਜਾਏ। ਮੈਂ ਆਪਣੇ ਪੁੱਤਰ ਦਾ ਨਾਮ ਲੈਣਾ, ਉਹਦਾ ਚਿਹਰਾ, ਉਹਦੇ ਗੁਣ ਮੇਰੀ ਅੱਖਾਂ ਸਾਹਮਣੇ ਆ ਜਾਂਦੇ ਨੇ। ਜੀ। ਪਰ ਜਦੋਂ ਮੈਂ ਵਾਹਿਗੁਰੂ ਕਹਿਣਾ, ਕੁਝ ਵੀ ਸਾਹਮਣੇ ਨਹੀਂ ਆਉਂਦਾ। ਇਹਦਾ ਮਤਲਬ ਮੈਂ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਕਿਉਂਕਿ ਮੈਨੂੰ ਪਛਾਣ ਨਹੀਂ ਰਿਹਾ ਵਾਂ। ਮੈਂ ਵਾਹਿਗੁਰੂ ਨੂੰ ਤਾਂ ਯਾਦ ਕਰਾਂਗਾ ਜੇ ਉਹਦੀ ਪਛਾਣ ਮੇਰੇ ਸਾਹਮਣੇ ਆ ਜਾਏਗੀ। ਹੁਣ ਵਾਹਿਗੁਰੂ ਦੀ ਅਕਾਲ ਪੁਰਖ ਦੀ ਪਛਾਣ ਕੀ ਹੈ? ਉਸ ਰੱਬ ਦੀ ਪਛਾਣ ਵਾਸਤੇ ਸਾਨੂੰ ਮੂਲ ਮੰਤਰ ਦੇ 8 ਗੁਣ ਦੇਖਣੇ ਪੈਣਗੇ। ਠੀਕ। ਇੱਕ ਓਂਕਾਰ, ਉਹ ਇੱਕ ਵੀ ਹੈ, ਸਾਰੇ ਜਗਤ ਵਿੱਚ ਰਵਿਆ ਹੋਇਆ ਹੈ। ਸਤਨਾਮ, ਉਹ ਸਦੀਵੀ ਹੋਂਦ ਵਾਲਾ ਹੈ, ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਉਹ ਪ੍ਰਭੂ ਕਰਤਾ ਮੈਨੇ ਪੈਦਾ ਵੀ ਕਰਨ ਵਾਲਾ ਹੈ, ਪੁਰਖ ਮੈਨੇ ਪੈਦਾ ਕਰਕੇ ਵਿੱਚ ਹੀ ਸਮਾ ਗਿਆ। ਠੀਕ। ਨਿਰਭਉ, ਉਹਨੂੰ ਕਿਸੇ ਤੋਂ ਡਰ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਵੈਰ ਨਹੀਂ। ਜੀ। ਅਕਾਲ ਮੂਰਤ, ਉਹਦੀ ਹਸਤੀ ਮੌਤ ਤੋਂ ਪਰੇ ਹੈ। ਅਜੂਨੀ, ਉਹ ਪ੍ਰਭੂ ਜੂਨਾ ਵਿੱਚ ਨਹੀਂ ਆਉਂਦਾ। ਸੈਭੰ, ਉਹਦਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਮਿਲਦਾ ਕਿਵੇਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਠੀਕ। ਹੁਣ ਜੇ ਮੈਂ ਵਾਹਿਗੁਰੂ ਕਵਾਂ, ਮੈਨੂੰ ਨਿਰਭਉ ਯਾਦ ਆ ਜਾਵੇ, ਫਿਰ ਤੇ ਮੈਂ ਪਛਾਣ ਲਵਾਂਗਾ। ਜੀ। ਨਿਰਵੈਰ ਯਾਦ ਆ ਜਾਵੇ, ਫਿਰ ਮੈਂ ਪਛਾਣ ਲਵਾਂਗਾ। ਕੀ ਹੈ? ਉਹਦੇ ਨਾਮ ਦੇ ਤਾਤਪਰਯ ਦਾ ਚਿੰਤਨ ਕਰਦੇ ਹੋਏ, ਜਿਹੜਾ ਗੁਰੂ ਨੇ ਨਾਮ ਦੇ ਦਿੱਤਾ ਰੱਬ ਦਾ, ਮੈਂ ਵਾਹਿਗੁਰੂ ਕਵਾਂ, ਮੈਨੂੰ ਉਹਦੇ ਗੁਣ ਸਾਹਮਣੇ ਆ ਜਾਣ, ਮੈਨੂੰ ਉਹਦੀ ਪਛਾਣ ਆ ਜਾਵੇ। ਤੁਹਾਡਾ ਨਾਮ ਲੈਣਾ, ਮੇਰੇ ਸਾਹਮਣੇ ਦਸਤਾਰ ਆ ਜਾਂਦੀ ਹੈ, ਮਿੱਠੇ ਬੋਲ ਆ ਜਾਂਦੇ ਨੇ। ਮੈਂ ਤੁਹਾਡਾ ਕਿਸੇ ਹੋਰ ਦਾ ਨਾਮ ਲੈਣਾ, ਮੈਨੂੰ ਉਹਦੇ ਗੁਣ, ਉਹਦਾ ਸੁਭਾਅ, ਉਹਦਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ ਹੈ। ਮੈਂ ਜ਼ਬਾਨ ਤੋਂ ਵਾਹਿਗੁਰੂ ਕਵਾਂ ਤੇ ਮੇਰੇ ਸਾਹਮਣੇ ਵਾਹਿਗੁਰੂ ਦੇ ਗੁਣ ਆ ਜਾਣ। ਠੀਕ। ਕਿਉਂਕਿ ਤਾਂ ਹੀ ਪਛਾਣਾਂਗਾ ਨਾ। ਹੁਣ ਕਿੰਨੇ ਕੁ ਲੋਕ ਨੇ ਜਿਹੜੇ ਵਾਹਿਗੁਰੂ ਕਹਿਣ ਤੇ ਰੱਬ ਦੇ ਗੁਣ ਸਾਹਮਣੇ ਆ ਜਾਣ? ਰਾਈਟ। ਬਹੁਤ ਘੱਟ ਹੋਣਗੇ, ਕਿਉਂਕਿ ਵਾਹਿਗੁਰੂ ਤੇ ਕਿਸੇ ਦਾ ਵੀ ਨਾਮ ਹੋ ਸਕਦਾ ਹੈ। ਜੇ ਅਕਾਲ ਪੁਰਖ ਦਾ ਨਾਮ ਹੈ ਤੇ ਅਕਾਲ ਪੁਰਖ ਦਾ ਚਿਹਰਾ ਮੋਹਰਾ ਗੁਣ ਸਾਹਮਣੇ ਆਣੇ ਚਾਹੀਦੇ ਨੇ। ਰਾਈਟ। ਲੇਕਿਨ ਅਗੇਨ ਉਹੀ ਚਿਹਰਾ ਮੋਹਰਾ ਦੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ, ਉਸ ਦੇ ਵਿੱਚ ਜਿੱਥੇ ਤੇ ਅਸੀਂ ਨਿਰਗੁਣ ਦੀ ਗੱਲ ਕਰਦੇ ਹਾਂ, ਉਸ ਦਾ ਕੋਈ ਆਕਾਰ ਨਹੀਂ ਹੈਗਾ। ਤੁਸੀਂ ਐਗਜ਼ਾਮਪਲ ਬੜਾ ਸੋਹਣਾ ਦਿੱਤਾ ਸੀ ਇੱਕ ਫੁੱਲ ਦਾ ਤੇ ਖੁਸ਼ਬੂ ਦਾ, ਕਿ ਖੁਸ਼ਬੂ ਨੂੰ ਅਸੀਂ ਕੈਦ ਨਹੀਂ ਕਰ ਸਕਦੇ ਬੋਤਲ ਦੇ ਵਿੱਚ, ਜਦ ਕਿ ਉਹ ਫੁੱਲ ਹੀ ਸਾਨੂੰ ਲੈਣਾ ਪਏਗਾ। ਹੁਣ ਉਹੀ ਗੱਲ ਆ ਗਈ ਕਿ ਅੱਜ ਸਾਡੇ ਵਿੱਚ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ, ਕਿ ਜਿਸ ਤਰ੍ਹਾਂ ਅਸੀਂ ਗੁਰੂ ਸਾਡਾ ਸ਼ਬਦ ਹੈਗਾ, ਸ਼ਬਦ ਹੀ ਸਾਡਾ ਗੁਰੂ ਹੈਗਾ। ਸ਼ਬਦ ਗੁਰੂ ਸੁਰਤ ਧੁਨ ਚੇਲੇ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਕਿ ਅਸੀਂ ਉਸ ਸ਼ਬਦ ਨੂੰ ਸਮਝਣਾ ਹੈ ਤੇ ਆਪਣੀ ਸੁਰਤ ਜਿਹੜੀ ਉਹ ਜੋੜਨੀ ਉਸ ਸ਼ਬਦ ਦੇ ਨਾਲ। ਇਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਵਾਹਿਗੁਰੂ ਦੀ ਗੱਲ ਕੀਤੀ, ਕਿ ਉਸ ਦੇ ਗੁਣ ਜਿਹੜੇ ਨੇ ਉਹ ਸਾਡੇ ਸਾਹਮਣੇ ਆਉਣੇ ਚਾਹੀਦੇ ਨੇ। ਲੇਕਿਨ ਇੱਕ ਇਹ ਵੀ ਜਿਹੜੀ ਬਹੁਤ ਜ਼ਿਆਦਾ ਭਾਰੂ ਚੀਜ਼ ਸਾਡੇ ਭਾਈਚਾਰੇ ਵਿੱਚ ਚੱਲ ਰਹੀ ਹੈ, ਉਹ ਇਹ ਹੈ ਕਿ ਤੁਸੀਂ ਅੱਖਾਂ ਮੀਟ ਕੇ ਬੋਲਣਾ ਹੈ, ਜਪਣਾ ਹੈ, ਜਪ ਕੇ ਆਪਣੇ ਮਨ ਨੂੰ ਜਿਹੜਾ ਹੈਗਾ ਉਹ ਕੰਟਰੋਲ 'ਚ ਲਿਆਉਣਾ ਹੈ। ਥਾਟਸ ਜਿਹੜੀਆਂ ਨੇ ਉਹ ਖਤਮ ਕਰਨੀਆਂ ਨੇ ਤੇ ਇਕਾਗਰ ਕਰਕੇ ਇੱਕ ਚਿੱਤ ਹੋ ਕੇ ਉਸ ਨੂੰ ਧਿਆਣਾ ਹੈਗਾ। ਇਹ ਨਾਮ ਜਪਣ ਦੀ, ਸਿਮਰਨ ਦੀ ਜਿਹੜੀ ਗੱਲ ਹੈ, ਆਉਣ ਵਾਲੇ ਪ੍ਰੋਗਰਾਮਸ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਪਰ ਇਹ ਵੀ ਫਿਰ ਕੀ ਹੈਗਾ, ਕਿਉਂਕਿ ਗੁਰਬਾਣੀ ਹੀ ਇਹ ਕਹਿੰਦੀ ਪਈ ਹੈ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਪਣੇ ਸੁਰਤ ਨੂੰ ਉਸ ਨੂੰ ਜੋੜਨਾ ਹੈ ਉਸ ਸ਼ਬਦ ਦੇ ਨਾਲ। ਉਹ ਫਿਰ ਕੀ ਹੈਗਾ, ਇਹਦੇ ਬਾਰੇ ਥੋੜਾ ਜਿਹਾ ਕਲੈਰੀਫਾਈ ਕਰੋ। ਕੁਝ ਲੋਕ ਕਹਿ ਰਹੇ ਨੇ ਵੀ ਥਾਟਸ ਬਿਲਕੁਲ ਖਤਮ ਹੋ ਜਾਣ, ਸੁਣਨ ਦੀ ਅਵਸਥਾ ਆ ਜਾਂਦੀ ਹੈ। ਪਰ ਜਦੋਂ ਸੁਣਨ ਦੀ ਅਵਸਥਾ ਵੀ ਆ ਗਈ, ਇੱਕ ਥਾਟ ਤੇ ਮਨ ਚ ਰਹੇਗਾ ਨਾ ਵੀ ਕੋਈ ਵਿਚਾਰ ਨਹੀਂ। ਜੀ। ਇਹ ਵੀ ਤੇ ਇੱਕ ਵਿਚਾਰ ਹੈ ਨਾ, ਇਹ ਵੀ ਆਪਣੇ ਆਪ ਚ ਇੱਕ ਥਾਟ ਹੈ ਕਿ ਹੁਣ ਮੇਰੇ ਕੋਲ ਕੋਈ ਥਾਟ ਨਹੀਂ ਰਿਹਾ, ਸੁਣਨ ਅਵਸਥਾ ਆ ਗਈ, ਇਹ ਵੀ ਤੇ ਥਾਟ ਹੈ। ਥਾਟ ਕਦੀ ਖਤਮ ਨਹੀਂ ਹੁੰਦੇ। ਇੱਕ ਮਨੁੱਖ ਔਸਤਨ ਇੱਕ ਦਿਨ ਵਿੱਚ 60,000 ਵਿਚਾਰ ਆਪਣੇ ਮਾਈਂਡ 'ਚ ਲੈ ਕੇ ਆਉਂਦਾ ਹੈ। ਰੋਜ਼ ਲਗਭਗ 60,000 ਵਿਚਾਰ ਇੱਕ ਮਨ ਦੇ ਵਿੱਚ ਰੋਜ਼ਾਨਾ ਆ ਰਹੇ ਨੇ। ਤੇ ਵਿਚਾਰਾਂ ਤੋਂ ਬਿਨਾਂ ਤੇ ਮਨ ਹੁੰਦਾ ਹੀ ਨਹੀਂ। ਮਨ ਕਹਿੰਦੇ ਹੀ ਵਿਚਾਰਾਂ ਨੂੰ ਨੇ। ਵਿਚਾਰ ਨੇ ਜਨਮ ਲਿਆ, ਮਨ ਆਇਆ। ਬਿਲਕੁਲ। ਜਿੱਥੋਂ ਤੱਕ ਸੁਰਤ ਜੋੜਨ ਵਾਲੀ ਗੱਲ ਹੈ, ਸੁਰਤ ਅਸੀਂ ਸ਼ਬਦ ਵਿੱਚ ਜੋੜਨੀ ਹੈ। ਥਾਟਸ ਨੇ ਕਦੀ ਖਤਮ ਨਹੀਂ ਹੋਣਾ। ਅਸੀਂ ਰੱਬ ਦੇ ਦਰਸ਼ਨ ਸਰਗੁਣ ਰੂਪ 'ਚ ਤਾਂ ਦੁਨੀਆ ਨੂੰ ਦੇਖ ਰਹੇ ਹਾਂ, ਪਰ ਸਾਨੂੰ ਪਛਾਣ ਨਹੀਂ ਹੈ। ਪਛਾਣ ਉਦੋਂ ਹੋਏਗੀ ਜਦੋਂ ਅਸੀਂ ਨਿਰਗੁਣ ਰੂਪ ਵੀ ਦੇਖਾਂਗੇ ਉਹਦਾ। ਠੀਕ।
ਨਿਰਗੁਣ ਰੂਪ ਉਦੋਂ ਦੇਖਾਂਗੇ ਜਦੋਂ ਸਾਨੂੰ ਉਹਦੇ ਗੁਣ ਯਾਦ ਆ ਜਾਣਗੇ। ਉਹਨਾਂ ਗੁਣਾਂ ਨੂੰ ਮਨ ਵਿੱਚ ਵਸਾਉਣਾ ਸ਼ਬਦ ਸੁਰਤ ਦਾ ਮੇਲ ਹੈ। ਰਾਈਟ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਕਿਹਾ ਸੀ, ਕਵਣ ਗੁਰੂ ਜਿਸ ਕਾ ਤੂੰ ਚੇਲਾ। ਜੀ। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਜੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਸੀ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਜੀ। ਸ਼ਬਦ ਗੁਰੂ ਹੈ ਤੇ ਇਹ ਨਹੀਂ ਸੀ ਕਿਹਾ ਮੈਂ ਚੇਲਾ ਵਾਂ, ਕਿਹਾ ਸੀ ਚੇਲਾ ਜਿਹੜੀ ਉਹ ਸੁਰਤ ਹੈ। ਜੀ। ਤੇ ਧੁਨ ਦਾ ਇੱਥੇ ਅਰਥ ਆਵਾਜ਼ ਨਹੀਂ ਹੈ, ਧੁਨ ਦਾ ਅਰਥ ਹੈ ਲਗਨ। ਫਲਾਣਾ ਆਦਮੀ ਬੜਾ ਧੁਨ ਦਾ ਪੱਕਾ ਹੈ। ਜੀ। ਧੁਨ ਮੈਨੇ ਲਗਨ, ਜਿਹਦੀ ਸੁਰਤ ਲਗਨ ਦੇ ਨਾਲ ਸ਼ਬਦ ਅੱਗੇ ਝੁਕ ਗਈ ਉਹ ਚੇਲਾ ਹੋ ਗਈ। ਸੁਰਤ ਧੁਨ ਚੇਲਾ। ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਧੁਨ ਦਾ ਅਰਥ ਲਗਨ ਕੀਤੇ ਨੇ। ਜੀ, ਇਹਦੇ ਬਾਰੇ ਗੱਲਬਾਤ ਕਰਨੀ ਹੈ ਜੀ। ਥੋੜੀ ਜਿਹੀ ਬ੍ਰੇਕ ਲੈ ਲਈ, ਉਸ ਤੋਂ ਬਾਅਦ ਵਾਪਸ ਆ ਕੇ, ਕਿਉਂਕਿ ਇਹ ਕਨਸੈਪਟ ਜਿਹੜਾ ਇਸ ਨੂੰ ਕਲੈਰੀਫਾਈ ਜਿੰਨਾ ਵੱਧ ਤੋਂ ਵੱਧ ਕੀਤਾ ਜਾਏ ਉਨਾ ਹੀ ਘੱਟ ਹੋਏਗਾ। ਕਿਉਂਕਿ ਅੱਜ ਸਾਡੇ ਵਿੱਚ, ਕਿਉਂਕਿ ਇਸ ਪ੍ਰੋਗਰਾਮ ਰਾਹੀਂ ਵੀ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਵੱਖਰੇ ਵੱਖਰੇ ਬੁਲਾਰੇ ਆ ਕੇ ਸਾਂਝ ਪਾਉਂਦੇ ਨੇ, ਬਜਾਏ ਕਿ ਉਹ ਕਲੈਰਿਟੀ ਹੋਵੇ। ਹੋਰ ਕਨਫਿਊਜ਼ਨ ਕਈ ਵਾਰੀ ਪੈਦਾ ਹੋ ਜਾਂਦੀ ਹੈ। ਤੇ ਕਿਉਂਕਿ ਤੁਸੀਂ ਇਸ ਫੀਲਡ ਨਾਲ ਜੁੜੇ ਹੋਏ ਹੋ, ਜਾ ਕੇ ਇਹੀ ਪ੍ਰਚਾਰ ਕਰ ਰਹੇ ਹੋ ਤੇ ਗੁਰੂ ਦੇ ਸਿਧਾਂਤ ਨਾਲ ਜਿਹੜੀ ਗੱਲ ਕਰਦੇ ਹੋ, ਸੋ ਚਾਹਾਂਗੇ ਇਸ ਦੇ ਬਾਰੇ ਵਿਸਤਾਰ ਵਿੱਚ ਕਰੀਏ ਇਸ ਬ੍ਰੇਕ ਤੋਂ ਬਾਅਦ। ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ। ਆਓ ਇਸੇ ਵਿਸ਼ੇ ਬਾਰੇ, ਜਿਸ ਬਾਰੇ ਗੱਲ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਅਸੀਂ ਸਮਝਣਾ ਹੈ ਰੱਬ ਦੀ ਹੋਂਦ ਨੂੰ, ਉਸ ਵਿੱਚ ਤੁਹਾਨੂੰ ਮੁੜ ਤੋਂ ਸ਼ਾਮਿਲ ਕਰਨੇ ਹੈ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨਾਲ। ਜੀ ਭਾਈ ਸਾਹਿਬ, ਸੋ ਤੁਸੀਂ ਸੁਰਤ ਦੀ ਗੱਲ ਕਰ ਰਹੇ ਸੀ ਤੇ ਗੱਲ ਕਰ ਰਹੇ ਸੀ ਕਿ ਲਗਨ ਜੋ ਹੈ ਇਹ ਕਿਹਾ ਗਿਆ, ਪਰ ਦੂਸਰੇ ਪਾਸੇ ਨਾਲ ਇਹ ਵੀ ਆਉਂਦਾ ਹੈਗਾ ਕਿ ਉਸ ਸੁਰਤ ਨੂੰ ਜਿਹੜਾ ਅਸੀਂ ਧੁਨ ਜਿਹੜੀ ਹੈਗੀ ਹੈ ਜਿਹਦੇ ਬਾਰੇ ਗੱਲ ਕਰ ਰਹੇ ਹਾਂ, ਉਹ ਧੁਨ ਜਿਹੜੀ ਹੈਗੀ ਸੁਣਨੀ ਚਾਹੀਦੀ ਹੈਗੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਆਨੰਦ ਆਵਾਜ਼ ਅੰਦਰ ਹੈਗਾ, ਫਿਰ ਪ੍ਰਕਾਸ਼ ਹੋਏਗਾ। ਇਹ ਕੀ ਹੈਗਾ, ਕੀ ਬਾਣੀ 'ਚ ਜਿਹੜਾ ਇਹਦਾ ਜ਼ਿਕਰ ਕੀਤਾ ਗਿਆ ਉਹ ਕਿਸ ਕਨਸੈਪਟ ਨਾਲ, ਕਿਸ ਮੂਲ ਨੂੰ ਮੁੱਖ ਰੱਖ ਕੇ ਕੀਤਾ ਗਿਆ? ਹਾਂਜੀ, ਕੁਝ ਲੋਕਾਂ ਨੇ ਧੁਨ ਦੇ ਨਾਂ ਤੇ ਬਹੁਤ ਗੁੰਮਰਾਹ ਕੀਤਾ। ਇੱਥੋਂ ਤੱਕ ਉਹਨਾਂ ਲੋਕਾਂ ਨੇ ਕੰਨਾਂ ਦੇ ਵਿੱਚ ਉਂਗਲਾਂ ਧੁਨ ਦੇਣੀਆਂ ਸ਼ਰਧਾਲੂਆਂ ਦੇ ਜੀ, ਤੇ ਸ਼ਰਧਾਲੂਆਂ ਨੂੰ ਕਹਿਣਾ ਤੁਹਾਨੂੰ ਕੁਝ ਆਵਾਜ਼ ਆ ਰਹੀ ਹੈ। ਉਹਨਾਂ ਨੇ ਕਹਿਣਾ ਹਾਂ ਸਾਨੂੰ ਸਾਹ ਦੀ ਆਵਾਜ਼ ਆ ਰਹੀ ਹੈ ਜੀ। ਉਹਨੇ ਕਹਿਣਾ ਇਹੀ ਤੇ ਆਨੰਦ ਧੁਨੀ ਹੈ। ਤੇ ਜੇ ਕੋਈ ਪੜ੍ਹਿਆ ਲਿਖਿਆ ਹੋਵੇ, ਮੈਡੀਕਲ ਸਾਇੰਸ ਨੂੰ ਜਾਣਨ ਵਾਲਾ ਹੋਵੇ, ਡਾਕਟਰ ਹੋਵੇ, ਉਹ ਕਹਿ ਦੇਵੇ ਕਿ ਸਾਨੂੰ ਬਾਹਰੋਂ ਆਵਾਜ਼ਾਂ ਆਣੀਆਂ ਬੰਦ ਹੋ ਗਈਆਂ ਤੇ ਬੋਡੀ ਦੀਆਂ ਆਪਣੀਆਂ ਆਵਾਜ਼ਾਂ ਜਿਹੜੀਆਂ ਨੇ, ਸਾਹ ਦੀਆਂ ਜੀ, ਬਲੱਡ ਸਰਕੂਲੇਸ਼ਨ ਚੱਲ ਰਿਹਾ ਹੈ, ਦਿਲ ਧੜਕ ਰਿਹਾ ਹੈ, ਉਹਦੀਆਂ ਆਵਾਜ਼ਾਂ ਨੇ ਇਹ ਜੀ। ਤੇ ਫਿਰ ਉਹ ਲੋਕ ਪਤਾ ਕੀ ਆਖਦੇ ਨੇ? ਉਹ ਆਖਦੇ ਨੇ ਜੇ ਬਾਹਰ ਜਾ ਕੇ ਦੱਸਿਆ ਨਾ, ਅਸੀਂ ਐਲਾਨ ਕਰ ਦਾਂਗੇ ਵੀ ਇਹ ਘੋਰ ਪਾਪੀ ਜਨਮਾਂ ਜਨਮਾਂਤਰਾਂ ਦਾ ਇਹ ਅਨੰਤ ਧੁਨੀ ਨਹੀਂ ਸੁਣ ਸਕਦਾ ਜੀ। ਹੁਣ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈ ਤੇ ਲੋਕੀ ਵੀ ਕਹਿਣਗੇ ਪੜ੍ਹਿਆ ਲਿਖਿਆ ਆਦਮੀ ਠੱਗਿਆ ਗਿਆ ਜੀ। ਤੇ ਜੇ ਕਹਿ ਦੇ ਮੈਂ ਅਨੰਤ ਧੁਨੀ ਸੁਣ ਆਇਆ ਵਾਂ ਤੇ ਤੇਰੀ ਵੀ ਬੱਲੇ ਬੱਲੇ, ਅਸੀਂ ਵੀ ਕਹਾਂਗੇ ਮਹਾਨ ਗੁਰਮੁਖ ਹੈ ਜੀ। ਹੁਣ ਉਹ ਬੰਦਾ ਸੋਚਦਾ ਲੋਕ ਮੈਨੂੰ ਬੇਵਕੂਫ ਨਾ ਮੰਨਣ ਵੀ ਪੜ੍ਹਿਆ ਲਿਖਿਆ ਵੀ ਠੱਗਿਆ ਗਿਆ ਜੀ। ਉਹ ਬਾਹਰ ਆ ਕੇ ਕਹਿ ਦਿੰਦੇ ਹਾਂ ਜੀ ਮੈਂ ਅਨੰਤ ਧੁਨੀ ਸੁਣ ਆਇਆ ਵਾਂ। ਤੇ ਭੋਲੇ ਭਾਲੇ ਲੋਕ ਸੋਚਦੇ ਨੇ ਜੇ ਪੜ੍ਹਿਆ ਲਿਖਿਆ ਸੁਣਾ ਹੈ ਇਹ ਝੂਠ ਥੋੜੇ ਬੋਲੇਗਾ ਜੀ, ਸਾਨੂੰ ਵੀ ਅਨੰਤ ਧੁਨੀ ਸੁਣਾਈ ਦੇਗੀ। ਅਨੰਤ ਧੁਨੀ ਕੀ ਹੈ? ਭਗਤ ਨਾਮਦੇਵ ਦੱਸ ਕੇ ਨੇ ਬਾਣੀ ਵਿੱਚ ਕਿ ਸਭੈ ਘਟ ਰਾਮ ਬੋਲੇ ਜੀ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਚ ਰੱਬ ਹੀ ਤੇ ਬੋਲ ਰਿਹਾ, ਉਹਦੀ ਆਵਾਜ਼ ਸੁਣੋ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿੰਨੇ ਵੀ ਪਸ਼ੂ ਪੰਛੀ ਇਨਸਾਨ ਬੋਲ ਰਹੇ ਨੇ, ਮੇਰਾ ਰੱਬ ਹੀ ਸਾਰਿਆਂ ਚ ਬੋਲ ਰਿਹਾ ਹੈ। ਵੇਖਣ ਸੁਣਨ ਸੁਨਾਵਨੋ ਮਨ ਮੈਂ ਦ੍ਰਿੜੀਐ ਸਾਚ। ਵੇਖਣ ਮੈਨੇ ਦੇਖ ਵੀ ਰਿਹਾ, ਸੁਣਨ ਮੈਨੇ ਸੁਣ ਵੀ ਹੋ ਰਿਹਾ, ਸੁਨਾਵਨੋ ਮੈਨੇ ਬੋਲ ਕੇ ਵੀ ਉਹੀ ਸੁਣਾ ਰਿਹਾ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਧੁਨ ਦਾ ਅਰਥ ਆਵਾਜ਼ ਨਹੀਂ ਹੈ, ਇੱਥੇ ਧੁਨ ਦਾ ਅਰਥ ਹੈ ਲਗਨ ਜੀ। ਸ਼ਬਦ ਸੁਰਤ ਦਾ ਮੇਲ ਕੀ ਹੈ? ਸ਼ਬਦ ਦੇ ਅਰਥ ਨੇ ਗੁਰੂ ਦਾ ਗਿਆਨ, ਇੰਗਲਿਸ਼ ਵਿੱਚ ਕਹਿ ਲਈਏ ਫਿਲਾਸਫੀ ਜੀ। ਸੁਰਤ ਦਾ ਅਰਥ ਹੈ ਸਾਡੀ ਸੋਚ, ਮਾਨਸਿਕਤਾ, ਇੰਗਲਿਸ਼ ਵਿੱਚ ਕਹਿ ਲਈਏ ਸਾਡੀ ਮੈਂਟੈਲਿਟੀ ਜੀ। ਜਿਸ ਦਿਨ ਸਾਡੀ ਸੋਚ ਦੇ ਅੰਦਰ ਗੁਰੂ ਦਾ ਗਿਆਨ ਵਸ ਜਾਂਦਾ ਹੈ ਜੀ, ਸ਼ਬਦ ਤੇ ਸੁਰਤ ਦਾ ਮੇਲ ਹੋ ਜਾਂਦਾ ਹੈ। ਭਾਵ ਆਪਣੀ ਮਾਨਸਿਕਤਾ ਦੇ ਵਿੱਚ, ਆਪਣੀ ਸੋਚ ਵਿੱਚ ਗੁਰੂ ਦਾ ਗਿਆਨ ਵਸਾਣਾ ਹੈ ਜੀ। ਜਿਸ ਦਿਨ ਸਾਡੀ ਸੋਚ ਵਿੱਚ ਗੁਰੂ ਦਾ ਗਿਆਨ ਵਸ ਗਿਆ, ਸ਼ਬਦ ਸੁਰਤ ਦਾ ਮੇਲ ਹੋ ਗਿਆ। ਮੈਂ ਇੱਕ ਐਗਜ਼ਾਮਪਲ ਦਵਾਂ ਜੀ। ਕਿਸੇ ਸੁਆਣੀ ਨੇ ਕੱਪੜੇ ਸੀਣ ਵਾਸਤੇ ਮਸ਼ੀਨ ਵਿੱਚ 2 ਕੱਪੜੇ ਲਗਾਏ। ਮਸ਼ੀਨ ਉਹਨੇ ਚਲਾਈ, ਨਜ਼ਰ ਆ ਰਿਹਾ ਧਾਗਾ ਕਿ ਸੀਨ ਲੱਗ ਰਹੀ ਹੈ ਜੀ। ਕੱਪੜੇ ਨੂੰ ਸੀਉਣ ਤੋਂ ਬਾਅਦ ਉਹਨੇ ਦੋਨੋਂ ਕੱਪੜੇ ਬਾਹਰ ਕੱਢੇ, ਜਦੋਂ ਫੜੇ ਦੋਨੋਂ ਅਲੱਗ ਹੋ ਗਏ ਜੀ। ਉਹ ਹੈਰਾਨ ਹੋਏ ਵੀ ਧਾਗੇ ਦੀ ਸਿਉਣ ਵੱਜਦੀ ਨਜ਼ਰ ਆ ਰਹੀ ਸੀ, ਪਰ ਕੱਪੜਾ ਤੇ ਜੁੜਿਆ ਨਹੀਂ। ਫਿਰ ਉਹਨੇ ਮੱਥੇ ਮਾਰਿਆ ਹੱਥ, ਕਹਿਣ ਲੱਗੀ ਓਹੋ, ਬਾਹਰੋਂ ਮੈਂ ਧਾਗਾ ਪਾਇਆ ਸੀ, ਅੰਦਰੋਂ ਫਿਰਕੀ 'ਚ ਧਾਗਾ ਨਹੀਂ ਸੀ ਪਾਇਆ ਮਸ਼ੀਨ ਦੇ। ਰਾਈਟ, ਅੰਦਰ ਧਾਗਾ ਹੋਏਗਾ, ਬਾਹਰਲਾ ਧਾਗਾ, ਦੋਨੋਂ ਮਿਲ ਕੇ ਵਿਸ਼ੇਸ਼ ਗੱਠ ਲਾਣਗੇ, ਫਿਰ ਕੱਪੜਾ ਜੁੜੇਗਾ ਜੀ। ਸਾਡੀ ਜ਼ਬਾਨ ਤੇ ਸ਼ਬਦ ਦਾ ਧਾਗਾ ਤੇ ਆ ਜਾਂਦਾ ਹੈ,
ਅਸੀਂ ਕਹਿੰਦੇ ਆ ਨਾ, ਅਸੀਂ ਨਿਤਨੇਮ ਕਰਦੇ ਆ, ਸਾਡਾ ਮਨ ਨਹੀਂ ਟਿਕਦਾ ਜੀ, ਮਨ ਭਟਕ ਜਾਂਦਾ ਹੈ। ਉਹਦਾ ਕੀ ਕਾਰਨ ਹੈ? ਜ਼ਬਾਨ ਤੇ ਸ਼ਬਦ ਦਾ ਧਾਗਾ ਹੈ, ਪਰ ਅੰਦਰ ਸੁਰਤ ਦਾ ਧਾਗਾ ਨਹੀਂ ਹੈ ਜੀ। ਸਾਡੀ ਜ਼ਬਾਨ ਪੜ ਰਹੀ ਹੈ, ਨਿਤਨੇਮ ਦਾ ਪਾਠ ਕਰ ਰਹੀ ਹੈ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਪਰ ਸਾਡੇ ਮਨ ਨੂੰ ਪਤਾ ਨਹੀਂ ਸਵਸਥ ਕਿਹਨੂੰ ਕਹਿੰਦੇ ਨੇ, ਆਥ ਦਾ ਅਰਥ ਕੀ ਹੈ, ਬਾਣੀ ਬਰਮਾਓ ਇਕੱਠਾ ਪੜਨਾ ਹੈ ਕਿ ਅਲੱਗ-ਅਲੱਗ ਪੜਨਾ ਹੈ, ਇਹਦੇ ਅਰਥ ਕੀ ਨੇ, ਕੀ ਹੁੰਦਾ ਹੈ। ਮਨ ਬਾਹਰ ਭਟਕਿਆ ਹੁੰਦਾ ਹੈ ਤੇ ਮਨ ਨੂੰ ਸ਼ਬਦ ਦੀ ਸਮਝ ਨਹੀਂ ਲੱਗਦੀ। ਜਦੋਂ ਸਾਡੀ ਸੁਰਤ ਉਸ ਸ਼ਬਦ ਨੂੰ ਸਮਝਣ ਲੱਗ ਜਾਏਗੀ, ਬਾਹਰੋਂ ਸ਼ਬਦ ਦਾ ਧਾਗਾ ਜ਼ਬਾਨ ਤੇ, ਹਰ ਹਰ ਨਿਤ ਕਰੈ ਰਸਨਾ ਕਹਿਆ ਕਿਛੂ ਨਾ ਜਾਣੀ। ਸਾਡੀ ਰਸਨਾ ਤੇ ਹਰੀ ਹਰੀ ਕਰ ਰਹੀ ਹੈ, ਪਰ ਕੁਛ ਨਹੀਂ ਜਾਣਦੀ ਮੈਂ ਕੀ ਕਹਿ ਰਹੀ ਹਾਂ, ਕਿਉਂਕਿ ਅੰਦਰ ਸੋਚ ਨਹੀਂ ਹੈ। ਜਦੋਂ ਜ਼ਬਾਨ ਤੇ ਸ਼ਬਦ ਦਾ ਧਾਗਾ ਹੋਏਗਾ, ਅੰਦਰ ਸੁਰਤ ਦਾ ਧਾਗਾ ਹੋਏਗਾ, ਜੋ ਅਸੀਂ ਸ਼ਬਦ ਪੜ੍ਹ ਰਹੇ ਹਾਂ ਉਹਨੂੰ ਵਿਚਾਰ ਕੇ ਪੜਨ ਲੱਗ ਜਾਵਾਂਗੇ, ਮੇਰਾ ਗੁਰੂ ਇਸ ਸ਼ਬਦ ਵਿੱਚ ਮੈਨੂੰ ਕੀ ਕਹਿ ਰਿਹਾ ਹੈ। ਜਿਸ ਦਿਨ ਗੁਰੂ ਦਾ ਸ਼ਬਦ ਸੁਰਤ ਵਿੱਚ ਜਾਣਾ ਸ਼ੁਰੂ ਹੋ ਗਿਆ, ਸ਼ਬਦ ਸੁਰਤ ਸਾਨੂੰ ਫਿਰ ਰੱਬ ਨਾਲ ਜੋੜ ਦੇਣਗੇ। ਇਹ ਹੈ ਸੋਇਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿਤ, ਹਰ ਸਿਉ ਲਾਗਾ। ਭਾਵ ਸ਼ਬਦ ਦੀ ਸੂਈ ਦੇ ਵਿੱਚ ਆਪਣੀ ਸੁਰਤੀ ਦੇ ਧਾਗੇ ਨੂੰ ਪਰੋ ਲੈਣਾ ਹੈ, ਤਾਂ ਹੀ ਸਾਡਾ ਮਨ ਰੱਬ ਵਿੱਚ ਜੁੜੇਗਾ। ਸ਼ਬਦ ਸੁਰਤ ਦੇ ਮੇਲ ਦਾ ਇੰਨਾ ਕੋਈ ਅਰਥ ਹੈ, ਆਪਣੀ ਸੋਚ ਦੇ ਵਿੱਚ ਗੁਰੂ ਦੇ ਗਿਆਨ ਨੂੰ ਵਸਾ ਲੈਣਾ ਤੇ ਉਸ ਗਿਆਨ ਮੁਤਾਬਕ ਜ਼ਿੰਦਗੀ ਨੂੰ ਜਿਉਣਾ ਹੀ ਰੱਬ ਨੂੰ ਮਿਲਣਾ ਹੈ। ਹੁਣ ਇੱਥੇ ਇਹ ਵੀ ਗੱਲ ਜਿਹੜੀ ਆਉਂਦੀ ਹੈ ਕਿ ਅਸੀਂ ਸਮੇਂ ਦੀ ਵੀ ਮਹੱਤਤਾ ਦੀ ਜਦੋਂ ਗੱਲ ਕਰਨੇ ਆ, ਬਾਣੀ 'ਚ ਵੀ ਆਉਂਦਾ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਇਸ ਦੇ ਉੱਤੇ ਫੋਕਸ ਕਰਕੇ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਇਹ ਜਿਹੜਾ ਬੈਸਟ ਸਮਾਂ ਹੈ ਜਦੋਂ ਤੁਸੀਂ ਅੱਖਾਂ ਮੀਟ ਕੇ ਜਦੋਂ ਬੈਠਦੇ ਹੋ ਤੇ ਉਸ ਰੱਬ ਨੂੰ ਧਿਆਨਦੇ ਹੋ, ਤੇ ਉਹ ਤੁਹਾਨੂੰ ਪ੍ਰਕਾਸ਼ ਵੀ ਹੋ ਸਕਦਾ, ਤੁਹਾਨੂੰ ਨਜ਼ਰ ਆ ਸਕਦਾ, ਤੇ ਇਹ ਜਿਹੜਾ ਅੱਖਾਂ ਦੇ ਵਿਚਕਾਰ ਜਿਹੜਾ ਏਰੀਆ ਹੈਗਾ, ਇੱਥੇ ਤੁਹਾਨੂੰ ਚਾਨਣ ਨਜ਼ਰ ਆਉਂਦਾ ਹੈ। ਇਹ ਚਾਨਣ ਕੀ ਹੈਗਾ ਜੀ? ਕੀ ਇਹਦੇ ਬਾਰੇ ਕੁਝ ਗੁਰਬਾਣੀ 'ਚ ਲਿਖਿਆ ਹੋਇਆ? ਅਸਲ 'ਚ ਨਾ ਇਹ ਯੋਗ ਮਤ ਦੇ ਭੁਲੇਖੇ ਜਿਹੜੇ ਨੇ ਸਾਡੀ ਸਿੱਖ ਕੌਮ ਦੇ ਵਿੱਚ ਆ ਗਏ ਨੇ। ਇਹ ਜੋਗੀਆਂ ਦਾ ਹੋ ਸਕਦਾ ਕਿ ਈੜਾ ਤੇ ਪਿੰਗਲਾਂ ਦੇ ਵਿੱਚੋਂ ਸਵਾਸ ਚੜਾ ਕੇ ਸੁਖਮਨ ਚ ਲਿਆਓ, ਫਿਰ ਦਸਮ ਦਵਾਰ ਖੁੱਲੇਗਾ, ਜੋਤ ਜਗੇਗੀ, ਇਹ ਉਹ। ਅਸੀਂ ਕਿਹੜੀ ਜੋਤ ਲੱਭ ਰਹੇ ਹਾਂ ਇਸ ਸਰੀਰ ਵਿੱਚੋਂ? ਕਿਉਂਕਿ ਇੱਕ ਹੋਵੇ ਤੇ ਤਾਂ ਵੀ ਗੱਲ ਹੈ ਨਾ ਜੀ। ਕੋਈ ਕਹਿ ਰਿਹਾ ਮੈਂ ਜੋਤ ਦੇ ਦਰਸ਼ਨ ਕਰਾ ਰਿਹਾ, ਹੁਣ ਉਹ ਕੀ ਕਰਦੇ ਨੇ, ਜ਼ੋਰ ਦੀ ਅੱਖਾਂ ਕੁੱਟ ਦਿੰਦੇ ਨੇ ਸ਼ਰਧਾਲੂ ਦੀਆਂ ਜੀ, ਤੇ ਅੱਖਾਂ ਕੁੱਟਣ ਤੋਂ ਬਾਅਦ ਜਦੋਂ ਹੱਥ ਪਰੇ ਕਰਦੇ ਨੇ, ਆਖਦੇ ਨੇ ਕੁਛ ਦਿਸਿਆ? ਉਹ ਕਹਿੰਦੇ ਜੀ ਭੰਮੂ ਤਾਰੇ ਨਜ਼ਰ ਆ ਰਹੇ ਨੇ। ਕਹਿੰਦੇ ਇਹੀ ਤੇ ਜੋਤ ਹੈ ਜੀ। ਤੇ ਜੇ ਕੋਈ ਪੜ੍ਹਿਆ ਲਿਖਿਆ ਕਹਿ ਦੇਵੇ ਵੀ ਇਹ ਤੇ ਅੱਖਾਂ ਦਾ ਜਿਹੜਾ ਬਲੱਡ ਸਰਕੂਲੇਸ਼ਨ ਰੁਕ ਗਿਆ ਤੇ ਅੱਖਾਂ ਦੇ ਅੱਗੇ ਭੰਬੂ ਤਾਰੇ ਨਜ਼ਰ ਆਣੇ ਨੇ, ਹੁਣ ਪ੍ਰੋਪਰ ਦੇਖ ਨਹੀਂ ਪਾ ਰਹੀਆਂ ਅੱਖਾਂ ਜੀ, ਤੇ ਉਹ ਫਿਰ ਕਹਿੰਦੇ ਨੇ ਵੀ ਤੂੰ ਘੋਰ ਪਾਪੀ। ਉਹਨੂੰ ਫਿਰ ਕਹਿਣਾ ਪੈਂਦਾ ਜਾ ਕੇ ਪੜ੍ਹੇ ਲਿਖਣ ਨੂੰ ਵੀ ਮੈਂ ਜੋਤ ਦੇ ਦਰਸ਼ਨ ਕਰ ਆਇਆ। ਹੁਣ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕਿ ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਧਰੀ ਜੀ। ਇੱਕ ਤੇ ਆ ਜੋਤ ਹੋ ਗਈ ਸਰੀਰ 'ਚ। ਫਿਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹ ਨੇਤਰੋਂ ਮੇਰੇ ਹੋ, ਹਰ ਤੂੰ ਮੈਂ ਜੋਤ ਧਰੀ ਜੀ। ਅੱਖਾਂ ਦੋ ਨੇ, ਹੁਣ ਦੋ ਜੋਤਾਂ ਇਹ ਵੀ ਹੋ ਗਈਆਂ, ਤਿੰਨ ਜੋਤਾਂ ਤੇ ਇਹ ਹੋ ਗਈਆਂ ਜੀ। ਤੇ ਜਿੰਨੇ ਸਾਡੇ ਰੋਮ ਰੋਮ ਸਭ ਜੋਤ ਹੈ, ਜਿੰਨੇ ਰੋਮ ਨੇ ਸਾਡੇ ਸਾਰੇ ਜੋਤ ਹੀ ਨੇ, ਇੱਕ ਇੱਕ ਰੋਮ ਜੋਤ ਹੈ ਜੀ। ਅਸੀਂ ਜੋਤ ਦੇ ਦਰਸ਼ਨ ਕਰਨੇ ਨੇ, ਪਰ ਉਹ ਜੋਤ ਕੋਈ ਵੱਖਰੀ ਲਾਈਟ ਨਹੀਂ ਹੈ ਜਿਹੜੀ ਸਾਹਮਣੇ ਆ ਜਾਏਗੀ ਜੀ। ਜੋਤ ਕੀ ਹੈ? ਸਭ ਮੈਂ ਜੋਤ, ਜੋਤ ਹੈ ਸੋਏ, ਦਿਸਦਾ ਚਾਨਣ ਸਭ ਮੈਂ ਚਾਨਣ ਹੋਏ। ਜਿੰਨੇ ਜੀਵ ਨੇ ਉਹ ਸਾਰੇ ਜੋਤ ਹੀ ਨੇ ਰੱਬ ਦੇ ਜੀ। ਇੱਥੋਂ ਤੱਕ ਮੇਰੇ ਸਰੀਰ ਦਾ ਇੱਕ ਇੱਕ ਰੋਮ ਜੋਤ ਹੀ ਹੈ, ਰੇਤ ਦਾ ਇੱਕ ਕਣ ਜੋਤ ਹੀ ਹੈ, ਜੋ ਦਿਸ ਰਿਹਾ ਉਹ ਜੋਤ ਹੀ ਹੈ। ਜੋਤ ਮੈਨੇ ਰੱਬੀ ਸੱਤਾ, ਉਹਦੀ ਹੋਂਦ, ਰੇਤ ਦੇ ਕਣ ਦੀ ਇੱਕ ਹੋਂਦ ਹੈ, ਉਹ ਜੋਤ ਹੈ। ਹੁਣ ਜਿਸ ਜੋਤ ਦੀ ਗੁਰੂ ਸਾਹਿਬ ਗੱਲ ਕਰਦੇ ਨੇ ਉਹ ਇਹ ਹੈ ਵੀ ਤੂੰ ਸਾਰਿਆਂ ਚੋਂ ਰੱਬ ਦੇਖ ਜੀ, ਸਾਰਿਆਂ ਵਿੱਚ ਹੀ ਰੱਬ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਜਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪੁੱਛਿਆ ਅਸੀਂ ਕਿਵੇਂ ਦੇਖੀਏ? ਅਗਲੀ ਗੱਲ, ਗੁਰ ਸਾਖੀ ਜੋਤ ਪ੍ਰਗਟ ਹੋਏ। ਤੂੰ ਗੁਰੂ ਦੀ ਸਿੱਖਿਆ ਲੈ, ਗੁਰੂ ਦੱਸੇਗਾ ਵੀ ਸਾਰਿਆਂ 'ਚ ਰੱਬ ਬੈਠਾ ਹੋਇਆ ਜੀ, ਆ ਤੈਨੂੰ ਜੋਤ ਪ੍ਰਗਟ ਹੋ ਜਾਏਗੀ। ਹੁਣ ਇਹ ਹੈ ਜੋਤ ਦਾ ਪ੍ਰਗਟ ਹੋਣਾ, ਭਾਵ ਸਾਰਿਆਂ ਵਿੱਚੋਂ ਰੱਬ ਦੀ ਹੋਂਦ ਨੂੰ ਸਵੀਕਾਰ ਕਰ ਲੈਣਾ, ਸਾਰਿਆਂ ਵਿੱਚ ਰੱਬ ਬੈਠਾ ਹੋਇਆ, ਇਹ ਰੱਬ ਦੀ ਜੋਤ ਪ੍ਰਗਟ ਹੋਣਾ ਹੈ। ਸੋ ਅੰਮ੍ਰਿਤ ਵੇਲੇ ਦੀ ਜਿਹੜੀ ਮੈਂ ਗੱਲ ਕੀਤੀ ਗਈ ਸੀ ਕਿ ਉਸ ਸਮੇਂ ਦੀ ਜਿਹੜੀ ਮਹੱਤਤਾ ਦੀ ਗੱਲ ਕੀਤੀ ਜਾਂਦੀ ਹੈਗੀ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਉਸ ਸਮੇਂ ਕਿਸ ਵਡਿਆਈ ਨੂੰ ਵਿਚਾਰਨਾ ਹੈਗਾ, ਕੀ ਕਰਨਾ ਹੈਗਾ? ਹਾਂ, ਪਹਿਲੀ ਗੱਲ ਤੇ ਇਹ ਹੈ, ਜੇ ਅਸੀਂ ਸੋਚੀਏ ਵੀ ਕੋਈ ਖਾਸ ਸਮਾਂ ਹੈ ਰੱਬ ਦੀ ਸਿਫਤ ਦਾ, ਜੇ ਵੇਲਾ ਵਕਤ ਵਿਚਾਰੀ ਹੈ ਜੀ, ਤਾਂ ਕਿਤ ਵੇਲਾ ਭਗਤ ਹੋਏ। ਬਿਲਕੁਲ ਕੋਈ ਖਾਸ ਸਮਾਂ ਹੈ? ਸਤਿਗੁਰੂ ਕਹਿਣ ਲੱਗੇ ਹਾਂ ਇੱਕ ਖਾਸ ਸਮਾਂ ਹੈ, ਜਦੋਂ ਉਹ ਸਮਾਂ ਤੇਰੀ ਜ਼ਿੰਦਗੀ ਚ ਆਵੇ ਤੂੰ ਰੱਬ ਨੂੰ ਜਪ ਲਿਆ ਕਰ ਜੀ। ਪੁੱਛਿਆ ਸਤਿਗੁਰੂ ਕਿਹੜਾ ਖਾਸ ਸਮਾਂ? ਸਤਿਗੁਰੂ ਕਹਿਣ ਲੱਗੇ ਜਦੋਂ ਤੇਰੇ ਸਰੀਰ 'ਚ ਸਾਹ ਚੱਲਦੇ ਹੋਣ ਨਾ, ਉਦੋਂ ਜਪਿਆ ਕਰ। ਠੀਕ। ਸਿੱਖ ਆਖਦਾ ਉਹ ਤੇ ਸਦਾ ਹੀ ਚੱਲਦੇ ਨੇ। ਸਤਿਗੁਰੂ ਕਹਿਣ ਲੱਗੇ ਫਿਰ ਸਮੇਂ ਦੀ ਵਿਚਾਰ ਨਾ ਕਰ, ਸਦਾ ਹੀ ਜਪ। ਜਦੋਂ ਜਪ ਲਿਆ ਉਹ ਤੇਰਾ ਸਮਾਂ ਸਫਲ ਹੋ ਗਿਆ, ਠੀਕ,
ਉਹੀ ਤੇਰਾ ਸਮਾਂ ਸਫਲ ਹੈ। ਇਸ ਕਰਕੇ ਕਰ ਬੰਦੇ ਤੂੰ ਬੰਦਗੀ ਜੀ ਜਿਚਰ ਘਟ ਮੈਂ ਸਾਹ। ਜਿੰਨਾ ਚਿਰ ਤੇਰੇ ਹਿਰਦੇ ਚ ਸਾਹ ਚੱਲਦੇ ਨੇ ਬੰਦਗੀ ਕਰੀ ਚੱਲ। ਰਾਈਟ। ਹਰ ਪਲ ਰੱਬ ਦੀ ਯਾਦ ਵਿੱਚ ਜੁੜਿਆ ਰਹਿ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਜੀ ਹੁਣ ਅਸੀਂ ਸਵਾਸ ਸਵਾਸ ਸਿਮਰਨਾ ਹੈ। ਉਹ ਸਵਾਸ ਸਵਾਸ ਸਿਮਰਨ ਵਾਸਤੇ ਹੁਣ ਅਸੀਂ 24 ਆਵਰ ਚੌਂਕੜਾ ਮਾਰ ਕੇ ਨਹੀਂ ਬਹਿ ਸਕਦੇ। ਜੀ ਜਾਂ ਤੇ ਕਿਹਾ ਹੋਵੇ ਵੀ ਸਵੇਰੇ ਸ਼ਾਮ ਬਹਿਣਾ ਹੈ। ਗੁਰਬਾਣੀ ਤੇ ਕਹਿੰਦੀ ਸਾਸ ਸਾਸ ਸਿਮਰੋ ਗੋਬਿੰਦ। ਜੀ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉਠਤ ਬੈਠਤ ਸੋਵਤ ਨਾਮ, ਇੱਥੇ ਤੇ ਦਿਨ ਵੀ ਗਾਵੋ ਰਹਿਣੀ ਗਾਵੋ। ਗਾਵੋ ਸਾਸ ਸਾਸ ਰਸਨਾਰੀ, ਇੱਥੇ ਤੇ ਗੱਗਾ ਗੋਬਿੰਦ ਗੁਣ ਰਵੋ। ਸਾਸ ਸਾਸ ਜਪਨੀਤ। ਸਵਾਸ ਸਵਾਸ ਅਸੀਂ ਚੌਂਕੜਾ ਨਹੀਂ ਮਾਰ ਕੇ ਬਹਿ ਸਕਦੇ ਜੀ, ਕਿਉਂਕਿ ਅਸੀਂ ਆਪਣੀ ਗ੍ਰਸਤ ਵੀ ਚਲਾਣਾ ਹੈ, ਕੰਮ ਕਾਰ ਵੀ ਕਰਨਾ ਹੈ, ਕਾਰੋਬਾਰ ਵੀ ਨੇ। ਫਿਰ ਤੇ ਬੜੀ ਮੁਸ਼ਕਲ ਹੋ ਜਾਏਗੀ। ਉਹ ਫਿਰ ਕਿਹੜਾ ਸਿਮਰਨ ਹੈ ਜਿਹੜਾ ਸਵਾਸ ਸਵਾਸ ਹੋ ਸਕਦਾ ਹੈ? ਜੀ ਫਿਰ ਸਾਨੂੰ ਉਸ ਸਿਮਰਨ ਬਾਰੇ ਦੇਖਣਾ ਪਏਗਾ। ਉਹ ਕਿਹੜਾ ਸਿਮਰਨ ਹੈ ਜਿਹੜਾ ਕੰਮ ਕਾਰ ਕਰਦੇ ਆ, ਉੱਠਦਿਆਂ ਬਹਿੰਦਿਆਂ ਵੀ ਅਸੀਂ ਉਸ ਸਿਮਰਨ ਨਾਲ ਜੁੜ ਸਕਦੇ ਹਾਂ। ਉਹ ਫਿਰ ਇੱਕ ਵੱਖਰਾ ਸਿਮਰਨ ਹੈ। ਉਹਦੇ ਲਈ ਸਾਨੂੰ ਇੱਕ ਥਾਂ ਤੇ ਚੌਂਕੜਾ ਮਾਰ ਕੇ ਅੱਖਾਂ ਬੰਦ ਨਹੀਂ ਕਰਨੀਆਂ ਪੈਣਗੀਆਂ। ਜਿਵੇਂ ਕਹਿੰਦੇ ਅੱਖਾਂ ਬੰਦ ਕੀਤੀਆਂ ਧਿਆਨ ਟਿਕ ਜਾਂਦਾ ਹੈ, ਅੱਖਾਂ ਖੋਲੋ ਧਿਆਨ ਬਿਖਰ ਜਾਂਦਾ ਹੈ। ਐਸੇ ਵੀ ਮੈਂ ਦੇਖੇ ਨੇ ਗੁਰਸਿੱਖ ਜਿਹੜੇ ਭਾਂਡੇ ਦਾ ਜਿਹੜਾ ਕੋ ਖੜਕਾ ਹੋਇਆ ਤੇ ਆਪਣੀ ਪਤਨੀ ਦੁਆਲੇ ਹੋ ਜਾਂਦੇ ਨੇ ਵੀ ਮੇਰਾ ਧਿਆਨ ਭੰਗ ਕਰ ਦਿੱਤਾ। ਜੀ ਬੱਚੇ ਨੇ ਆਵਾਜ਼ ਦਿੱਤੀ, ਉਹਦੇ ਦੁਆਲੇ ਹੋ ਗਏ। ਮਾੜੀ ਜੀ ਲਾਈਟ ਜਗੀ, ਉਹਦੇ ਦੁਆਲੇ ਹੋ ਗਏ, ਧਿਆਨ ਟੁੱਟ ਗਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਉਬਲ ਦੀ ਦੇਗ ਚ ਉਬਾਲੇ ਖਾ ਰਹੇ ਨੇ, ਧਿਆਨ ਨਹੀਂ ਟੁੱਟ ਰਿਹਾ। ਰਾਈਟ। ਤੱਤੀ ਤਵੀ ਤੇ ਬੈਠ ਕੇ ਸੀਸ ਤੇ ਗਰਮ ਰੇਤ ਪਵਾ ਰਹੇ ਨੇ, ਜੀ ਧਿਆਨ ਨਹੀਂ ਟੁੱਟਿਆ। ਕਹਿ ਰਹੇ ਨੇ ਤੇਰਾ ਕੀਆ ਮਿੱਠਾ ਲੱਗ ਗਿਆ। ਠੀਕ। ਉਹ ਕਿਹੜਾ ਧਿਆਨ ਹੈ ਜਿਹੜਾ ਬੱਚੇ ਵੀ ਰੋਲਾ ਪਾਣ ਤਾਂ ਵੀ ਨਾ ਟੁੱਟੇ, ਲਾਈਟਾਂ ਵੀ ਜਗਦੀਆਂ ਹੋਣ, ਅੱਖਾਂ ਵੀ ਖੁੱਲੀਆਂ ਹੋਣ ਜੀ ਤਾਂ ਵੀ ਧਿਆਨ ਨਾ ਟੁੱਟੇ? ਉਹ ਕਿਹੜਾ ਸਿਮਰਨ ਹੈ ਜਿਹਦਾ ਉੱਠਦਿਆਂ ਬਹਿੰਦਿਆਂ ਹੋ ਸਕਦਾ ਹੈ, ਕੰਮ ਕਰਦਿਆਂ ਹੋ ਸਕਦਾ ਹੈ, ਮੈਂ ਬੱਚਿਆਂ ਨਾਲ ਗੱਲ ਕਰਾਂ, ਗੁਆਂਢੀ ਨਾਲ ਗੱਲ ਕਰਾਂ ਤਾਂ ਵੀ ਉਹ ਸਿਮਰਨ ਹੋ ਸਕਦਾ ਹੈ? ਉਹ ਸਿਮਰਨ ਕਿਹੜਾ ਹੈ? ਇਹ ਕੀ ਸਿਮਰਨ ਕਿਹੜਾ ਹੈ ਤੇ ਧਿਆਨਾ ਕੀ ਹੈ ਤੇ ਨਾਮ ਜਪਣਾ ਕੀ ਹੈ? ਇਸੇ ਨੂੰ ਅਸੀਂ ਅਗਲੇ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਕਿ ਨਾਮ ਜਪਣ ਦੇ ਉੱਤੇ ਜੋ ਅੱਜ ਅਸੀਂ ਬਹੁਤ ਕੁਝ ਕਰ ਰਹੇ ਹਾਂ ਆਪਣੇ ਭਾਈਚਾਰੇ ਦੇ ਵਿੱਚ ਅਤੇ ਸਿੱਖ ਕੌਮ ਦੇ ਵਿੱਚ ਅੱਜ ਬਹੁਤ ਕੁਝ ਹੋ ਰਿਹਾ ਹੈ। ਇਹ ਅਸਲ ਵਿੱਚ ਹੈ ਕੀ ਹੈ ਨਾਮ ਜਪਣਾ ਸਿੱਖੀ ਸਿਧਾਂਤ ਅਨੁਸਾਰ, ਤੇ ਸਿਮਰਨ ਕੀ ਹੈ ਤੇ ਧਿਆਨਾ ਕਿਸ ਨੂੰ ਹੈ ਤੇ ਕਿਵੇਂ ਧਿਆਨਾ, ਇਹਦੇ ਬਾਰੇ ਗੱਲ ਕਰਾਂਗੇ ਅਗਲੇ ਹਫਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਡੀਆ ਦਾ ਫਰਜ਼ ਹੁੰਦਾ ਜੀ ਤੁਹਾਡੇ ਤੱਕ ਵੱਖਰੇ ਵੱਖਰੇ ਪਰਸਪੈਕਟਿਵਸ ਲੈ ਕੇ ਆਉਣਾ ਤੇ ਸਿੱਖੀ ਸਿਧਾਂਤ ਅਨੁਸਾਰ ਕੀ ਹੋਣਾ ਚਾਹੀਦਾ ਹੈ ਉਸ ਦੇ ਬਾਰੇ ਗੱਲਬਾਤ ਕਰਨੀ। ਇਹੀ ਕੋਸ਼ਿਸ਼ ਕਰਨੇ ਆ ਕਿ ਵੱਖਰੇ ਵੱਖਰੇ ਬੁਲਾਰੇ ਇੱਥੇ ਆਉਂਦੇ ਨੇ ਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਨੇ। ਗੱਲ ਹੈਗੀ ਹੈ ਕਿ ਅਸੀਂ ਕੋਈ ਵੀ ਫੈਸਲਾ ਲੈਣਾ ਹੁੰਦਾ ਹੈ ਤਾਂ ਫਿਰ ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਵੀ ਵਿਵੇਕ ਬੁੱਧੀ ਦੇ ਉੱਤੇ ਬਹੁਤ ਜ਼ਿਆਦਾ ਸਟ੍ਰੈਸ ਕੀਤਾ। ਕੀ ਅਸੀਂ ਅੱਖਾਂ ਮੀਟ ਕੇ ਹੀ ਕਿਸੇ ਨੇ ਕੁਝ ਕਹਿ ਦਿੱਤਾ ਉਹ ਕਰ ਲੈਂਦੇ ਹਾਂ ਜਦੋਂ ਕੋਈ ਮਾਇਆ ਦੀ ਗੱਲ ਆਉਂਦੀ ਹੈ? ਪਰ ਧਰਮ ਦੇ ਉੱਤੇ ਕਿਉਂ ਅਸੀਂ ਅੱਖਾਂ ਮੀਟ ਲੈਂਦੇ ਹਾਂ? ਇਸੀ ਵਿਸ਼ੇ ਦੇ ਉੱਤੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਅਗਲੇ ਹਫਤੇ ਨਾਮ ਕੀ ਹੈ, ਸਿਮਰਨ ਕੀ ਹੈ, ਕਿਸ ਨੂੰ ਧਿਆਣਾ ਹੈ, ਕਿਵੇਂ ਧਿਆਣਾ ਹੈ, ਇਹਦੇ ਬਾਰੇ ਗੱਲਬਾਤ ਹੋਏਗੀ। ਵੇਖਦੇ ਰਿਹਾ ਕਰੋ ਦਾ ਹਰਪ੍ਰੀਤ ਸਿੰਘ ਸ਼ੋਅ। ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com। ਫਿਰ ਮੁਲਾਕਾਤ ਹੋਏਗੀ, ਤਦ ਤੱਕ ਗੁੱਡ ਬਾਏ।